ਸਿੱਖ ਧਰਮ ਦਾ ਮੂਲ 1469 ਈਸਵੀ ਤੋਂ ਹੀ ਬਚ ਗਿਆ ਸੀ, ਜਦੋਂ ਅਕਾਲ ਪੁਰਖ ਨੇ ਆਪਣੇ ਗੁਣ ਆਕਾਰ ਵਿੱਚ ਪ੍ਰਗਟ ਕੀਤੇ ਤੇ ਉਸ ਆਕਾਰ ਦਾ ਨਾਮ ਸ੍ਰੀ ਗੁਰੂ ਨਾਨਕ ਜੀ ਹੋਇਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸਮੁੱਚੀ ਕਾਇਨਾਤ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਰੰਪਰਾਗਤ ਧਰਮਾਂ ਦੇ ਸਿਧਾਂਤਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਅਜਿਹੇ ਸਿਧਾਂਤਾਂ ਦੀ ਨੀਂਹ ਰੱਖੀ ਜਿਸ ਦੁਆਰਾ ਆਮ ਲੋਕਾਈ ਨੂੰ ਵਹਿਮਾਂ ਭਰਮਾਂ ਅਤੇ ਵਿਅਰਥ ਕਰਮ ਕਾਂਡਾਂ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਦੀ ਆਰਾਧਨਾ ਲਈ ਪ੍ਰੇਰਿਆ। ਗੁਰੂ ਜੀ ਨੇ ਜਾਤ ਪਾਤ ਵਿੱਚ ਵੰਡੀ ਹੋਈ ਲੋਕਾਈ ਨੂੰ ਏਕ ਪਿਤਾ ਏਕ ਕਸ ਕੇ ਹਮ ਬਾਰਿਕ ਦਾ ਸਿਧਾਂਤ ਦਿੱਤਾ। ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ 1469 ਈਸਵੀ ਵਿੱਚ ਹੋਇਆ। ਸ੍ਰੀ ਨਨਕਾਣਾ ਸਾਹਿਬ ਦਾ ਪਹਿਲਾ ਨਾਂ ਰਾਏ ਭੋਏ ਦੀ ਤਲਵੰਡੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਕੁਝ ਚਿਰ ਮਗਰੋਂ ਇੱਥੋਂ ਦਾ ਨਾਂ ਨਨਕਾਣਾ ਸਾਹਿਬ ਪ੍ਰਚਲਿਤ ਹੋ ਗਿਆ। ਇਹ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਪੈਂਦਾ ਹੈ। ਗੁਰੂ ਜੀ ਦੇ ਇੱਕ ਵੱਡੇ ਭੈਣ ਬੇਬੇ ਨਾਨਕੀ ਜੀ ਸਨ। ਗੁਰੂ ਨਾਨਕ ਪਾਤਸ਼ਾਹ ਜੀ ਬਚਪਨ ਤੋਂ ਹੀ ਬਹੁਤ ਤੀਖਣ ਬੁੱਧੀ ਦੇ ਮਾਲਕ ਸਨ। ਆਪ ਜੀ ਨੂੰ ਛੋਟੀ ਉਮਰੇ ਹੀ ਪਿਤਾ ਜੀ ਨੇ ਗੋਪਾਲ ਦਾਸ ਪਾਂਧੇ ਕੋਲ ਦੇਵਨਗਰੀ ਸਿੱਖਣ ਲਈ ਪੜ੍ਹਨੇ ਪਾਇਆ। ਪਰ ਪੱਟੀ ਉੱਤੇ ਗੁਰੂ ਜੀ ਨੇ ਅਜਿਹਾ ਆਤਮ ਗਿਆਨ ਲਿਖਿਆ ਕਿ ਪਾਂਧਾ ਉਹਨਾਂ ਦੀ ਦਿਵ ਦ੍ਰਿਸ਼ਟੀ ਵੇਖ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਪਿਤਾ ਮਹਿਤਾ ਕਾਲੂ ਜੀ ਨੂੰ ਕਹਿਣ ਲੱਗਾ ਕਿ ਇਹ ਤਾਂ ਧੁਰੋਂ ਹੀ ਗਿਆਨ ਲੈ ਕੇ ਆਏ ਹਨ, ਮੈਂ ਇਹਨਾਂ ਨੂੰ ਨਹੀਂ ਪੜ੍ਹਾ ਸਕਦਾ। ਕੁਝ ਚਿਰ ਮਗਰੋਂ ਪਿਤਾ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ ਸੰਸਕ੍ਰਿਤ ਪੜ੍ਹਨ ਲਈ ਪੰਡਤ ਬ੍ਰਿਜ ਲਾਲ ਕੋਲ ਭੇਜਿਆ ਤੇ ਉਹਨਾਂ ਨੂੰ ਵੀ ਗੁਰੂ ਜੀ ਨੇ ਸੰਸਕ੍ਰਿਤ ਭਾਸ਼ਾ ਵਿੱਚ ਪ੍ਰਭੂ ਦਾ ਇਲਾਹੀ ਗਿਆਨ ਦਿੱਤਾ। ਉਪਰੰਤ ਪਿਤਾ ਜੀ ਨੇ ਆਪ ਜੀ ਨੂੰ ਮੌਲਵੀ ਕੁਤੁਬਦੀਨ ਪਾਸ ਫਾਰਸੀ ਪੜ੍ਹਨ ਪਾਇਆ ਤਾਂ ਬਾਲਕ ਗੁਰੂ ਜੀ ਨੇ ਉਹਨਾਂ ਨੂੰ ਵੀ ਅਜਿਹਾ ਗਿਆਨ ਬਖਸ਼ਿਆ ਕਿ ਉਹ ਅਸ਼ ਅਸ਼ ਕਰ ਉਠੇ ਤੇ ਕਹਿਣ ਲੱਗੇ ਕਿ ਇਹ ਤਾਂ ਅੱਲਾ ਦਾ ਨੂਰ ਹਨ, ਮੈਂ ਇਹਨਾਂ ਨੂੰ ਕਿਵੇਂ ਪੜ੍ਹਾ ਸਕਦਾ ਹਾਂ। ਪਿਤਾ ਮਹਿਤਾ ਕਾਲੂ ਜੀ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੱਝਾਂ ਚਾਰਨ ਭੇਜਿਆ ਤਾਂ ਗੁਰੂ ਸਾਹਿਬ ਜੀ ਸਮਾਧੀ ਲਾ ਅਕਾਲ ਪੁਰਖ ਵਿੱਚ ਅੰਤਰ ਆਤਮੇ ਲੀਨ ਰਹਿੰਦੇ, ਜਿਸ ਕਰਕੇ ਇੱਕ ਦਿਨ ਮੱਝਾਂ ਸਾਰਾ ਖੇਤ ਚਰ ਗਈਆਂ। ਖੇਤ ਦੇ ਮਾਲਕ ਦੇ ਸ਼ਿਕਾਇਤ ਕਰਨ ਤੇ ਤਲਵੰਡੀ ਦੇ ਹਾਕਮ ਰਾਏ ਬੁਲਾਰ ਨੇ ਜਦੋਂ ਪੜਤਾਲ ਕੀਤੀ ਤਾਂ ਫਸਲਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹਰੀਆਂ ਭਰੀਆਂ ਨਜ਼ਰ ਆਈਆਂ। ਇਹ ਕੌਤਕ ਵੇਖ ਕੇ ਨਵਾਬ ਰਾਏ ਬੁਲਾਰ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਜਦੋਂ ਇੱਕ ਵਾਰ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਸਾਹਿਬ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ 20 ਰੁਪਇਆਂ ਦੀ ਰਸਦ ਖਰੀਦ ਕੇ ਰਾਹ ਵਿੱਚ ਮਿਲੇ ਭੁੱਖੇ ਸਾਧੂਆਂ ਦੀ ਇੱਕ ਟੋਲੀ ਨੂੰ ਲੰਗਰ ਛਕਾ ਦਿੱਤਾ ਤੇ ਲੰਗਰ ਦੀ ਇੱਕ ਐਸੀ ਮਰਿਆਦਾ ਕਾਇਮ ਕੀਤੀ ਕਿ ਜਿਸ ਨੂੰ ਨਿਭਾਉਂਦੇ ਹੋਏ ਸਿੱਖ ਜਗਤ ਵਿੱਚ ਅੱਜ ਤੱਕ ਅਮੀਰ ਗਰੀਬ, ਊਚ ਨੀਚ, ਨਾਸਤਕ ਆਸਤਕ, ਇਸਤਰੀ ਪੁਰਖ, ਧਰਮ ਮਜ਼ਹਬ ਤੋਂ ਰਹਿਤ ਬਿਨਾਂ ਕਿਸੇ ਵਿਤਕਰੇ ਦੇ ਸਾਰਿਆਂ ਨੂੰ ਗੁਰਦੁਆਰੇ ਵਿੱਚ ਇੱਕੋ ਬਰਾਬਰ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ। ਕੁਝ ਸਮੇਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਤੇ ਜੀਜਾ ਭਾਈ ਜੈ ਰਾਮ ਜੀ ਨਾਲ ਸੁਲਤਾਨਪੁਰ ਚਲੇ ਗਏ। ਉੱਥੇ ਗੁਰੂ ਜੀ ਨੇ ਹਾਕਮ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ। ਆਪ ਜੀ ਆਪਣਾ ਕਾਰਜ ਬੜੀ ਇਮਾਨਦਾਰੀ ਤੇ ਲਗਨ ਨਾਲ ਕਰਿਆ ਕਰਦੇ ਸਨ। ਇੱਕ ਦਿਨ ਗੁਰੂ ਸਾਹਿਬ ਜੀ ਸੌਦਾ ਤੋਲਦੇ ਤੋਲਦੇ 13 ਦੀ ਗਿਣਤੀ ਤੇ ਪਹੁੰਚ ਕੇ 13 ਕਰਦੇ ਹੋਏ ਪਰਮਾਤਮਾ ਵਿੱਚ ਲੀਨ ਹੋ ਗਏ ਤੇ ਸਾਰੇ ਸ਼ਹਿਰ ਦੇ ਗਰੀਬਾਂ ਦੀਆਂ ਝੋਲੀਆਂ ਰਸਦ ਨਾਲ ਭਰ ਦਿੱਤੀਆਂ। ਇਸ ਗੱਲ ਦਾ ਫਾਇਦਾ ਚੁੱਕ ਕੇ ਕੁਝ ਈਰਖਾਲੂਆਂ ਨੇ ਨਵਾਬ ਪਾਸ ਜਾ ਕੇ ਗੁਰੂ ਜੀ ਤੇ ਮੋਦੀ ਖਾਨਾ ਲੁਟਾਉਣ ਦਾ ਇਲਜ਼ਾਮ ਲਾਇਆ। ਨਵਾਬ ਨੇ ਜਦੋਂ ਮੋਦੀ ਖਾਨੇ ਦਾ ਹਿਸਾਬ ਤੇ ਰਸਦ ਦੀ ਜਾਂਚ ਕਰਵਾਈ ਤਾਂ ਉਸ ਵਿੱਚ ਕੋਈ ਗਲਤੀ ਨਾ ਨਿਕਲੀ ਅਤੇ ਉੱਥੇ ਪਈ ਰਸਦ ਵੀ ਪੂਰੀ ਨਿਕਲੀ। ਇਸ ਸਭ ਤੋਂ ਬਾਅਦ ਨਵਾਬ ਬਹੁਤ ਸ਼ਰਮਿੰਦੇ ਹੋਇਆ ਤੇ ਗੁਰੂ ਜੀ ਦਾ ਸ਼ਰਧਾਲੂ ਹੋ ਗਿਆ। ਸੁਲਤਾਨਪੁਰ ਰਹਿੰਦਿਆਂ ਹੀ ਗੁਰੂ ਜੀ ਦਾ ਵਿਆਹ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ 1494 ਈਸਵੀ ਵਿੱਚ ਬਾਬਾ ਸ੍ਰੀ ਚੰਦ ਜੀ ਅਤੇ 1497 ਈਸਵੀ ਵਿੱਚ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਸੁਲਤਾਨਪੁਰ ਵਿੱਚ ਗੁਰੂ ਜੀ ਦੇ ਸ਼ਰਧਾਲੂਆਂ ਦਾ ਇਕੱਠ ਹੋ ਗਿਆ। ਗੁਰੂ ਜੀ ਨਾਮ ਸਿਮਰਨ ਕਰਦੇ, ਬਾਣੀ ਦਾ ਗਾਇਨ ਕਰਦੇ ਤੇ ਸਭ ਨਾਲ ਰਲ ਮਿਲ ਕੇ ਲੰਗਰ ਛਕਦੇ ਅਤੇ ਲੋਕਾਂ ਨੂੰ ਨੇਕ ਜੀਵਨ ਜਿਉਣ ਦੀ ਪ੍ਰੇਰਣਾ ਵੀ ਦਿੰਦੇ। ਇੱਕ ਵਾਰ ਜਦੋਂ ਗੁਰੂ ਸਾਹਿਬ ਜੀ ਇਸ਼ਨਾਨ ਕਰਨ ਵੇਈ ਨਦੀ ਵਿੱਚ ਗਏ ਤਾਂ ਅਲੋਪ ਹੀ ਹੋ ਗਏ।
ਕੁਝ ਸਮੇਂ ਤੱਕ ਜਦੋਂ ਗੁਰੂ ਜੀ ਬਾਹਰ ਨਾ ਨਿਕਲੇ ਤਾਂ ਸਭ ਨੂੰ ਲੱਗਿਆ ਕਿ ਗੁਰੂ ਜੀ ਡੁੱਬ ਗਏ ਹਨ। ਗੁਰੂ ਜੀ ਦੇ ਸਾਥੀ ਭਾਈ ਮਰਦਾਨਾ ਜੀ ਉਸੇ ਥਾਂ ਨਦੀ ਦੇ ਕਿਨਾਰੇ ਆਪਣੇ ਪਿਆਰੇ ਦੀ ਯਾਦ ਵਿੱਚ ਉਹਨਾਂ ਦੀ ਬਾਣੀ ਦਾ ਕੀਰਤਨ ਕਰਨ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਜੀ 3 ਦਿਨ ਬਾਅਦ 5 ਤੱਤਾਂ ਦਾ ਸਰੀਰ ਧਾਰ ਕੇ ਲੋਕਾਈ ਸਾਹਮਣੇ ਪ੍ਰਗਟ ਹੋਏ। ਇੱਥੇ ਹੀ ਗੁਰੂ ਜੀ ਨੇ ਏਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਮੂਲ ਮੰਤਰ ਉਚਾਰਨ ਕੀਤਾ। ਇਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਹੁਕਮ ਪੂਰਾ ਕਰਨ ਵਾਸਤੇ ਅਤੇ ਵਿਸ਼ੇ ਵਿਕਾਰਾਂ ਵਿੱਚ ਸੜਦੀ ਬਲਦੀ ਲੋਕਾਈ ਨੂੰ ਸੱਚ ਦੇ ਮਾਰਗ ਤੇ ਪਾਉਣ ਲਈ ਧਰਮ ਪ੍ਰਚਾਰ ਦੀਆਂ 4 ਉਦਾਸੀਆਂ ਆਰੰਭ ਕੀਤੀਆਂ। ਗੁਰੂ ਜੀ ਨੇ 1497 ਈਸਵੀ ਤੋਂ ਲੈ ਕੇ 1522 ਈਸਵੀ ਤੱਕ ਲਗਭਗ 25 ਸਾਲ ਯਾਤਰਾ ਕੀਤੀ। ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਕੀਤੀਆਂ ਉਦਾਸੀਆਂ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਜੀ ਦੀ ਪਹਿਲੀ ਉਦਾਸੀ 1497 ਈਸਵੀ ਤੋਂ 1507 ਈਸਵੀ ਤੱਕ ਦੀ ਸੀ ਤੇ ਪੂਰਬ ਵੱਲ ਦੀ ਇਸ ਉਦਾਸੀ ਦਾ ਮਨੋਰਥ ਹਿੰਦੂ ਤੀਰਥਾਂ ਤੇ ਪਹੁੰਚ ਕੇ ਪ੍ਰਚਾਰ ਕਰਨਾ ਸੀ। ਸੁਲਤਾਨਪੁਰ ਤੋਂ ਆਰੰਭ ਕਰਕੇ ਗੁਰੂ ਜੀ ਨੇ ਭਾਈ ਲਾਲੋ ਜੀ ਨੂੰ ਐਮਨਾਬਾਦ ਪੁੱਜ ਕੇ ਸੱਚ ਦਾ ਉਪਦੇਸ਼ ਦਿੰਦਿਆਂ ਮਲਕ ਭਾਗੋ ਦਾ ਹੰਕਾਰ ਤੋੜਿਆ, ਸੱਜਣ ਠੱਗ ਨੂੰ ਉਪਦੇਸ਼ ਦੇ ਕੇ ਪ੍ਰਭੂ ਦਾ ਸੱਜਣ ਬਣਾ ਦਿੱਤਾ। ਸ਼ੇਖ ਬ੍ਰਹਮ ਜੀ ਨੂੰ ਮਿਲਦੇ ਹੋਏ ਕੁਰੂਕਸ਼ੇਤਰ ਅਤੇ ਹਰਿਦੁਆਰ ਦੇ ਪੰਡਤਾਂ ਨੂੰ ਸੱਚ ਦਾ ਰਾਹ ਵਿਖਾਇਆ। ਗੋਰਖਨਾਥ ਤੇ ਹੋਰ ਸਿੱਧਾਂ ਨਾਲ ਗੋਰਖ ਮਤੇ ਵਿਖੇ ਬ੍ਰਹਮ ਗੋਸ਼ਟ ਕੀਤੀ। ਪਟਨਾ ਜਾ ਕੇ ਸਾਲਸ ਰਾਏ ਨੂੰ ਪਰਮਾਰਥ ਦਾ ਉਪਦੇਸ਼ ਦਿੱਤਾ। ਅਸਮ ਵਿਖੇ ਜਾਦੂਗਰਾਂ ਦੀ ਰਾਣੀ ਨੂਰ ਸ਼ਾਹ ਨੂੰ ਜਾਦੂ ਟੂਣੇ ਕਰਨ ਤੋਂ ਵਰਜ ਕੇ ਸੱਚ ਦਾ ਮਾਰਗ ਵਿਖਾਇਆ ਤੇ ਧਰਮਸਾਲ ਕਾਇਮ ਕਰਕੇ ਉਸ ਨੂੰ ਪ੍ਰਚਾਰ ਲਈ ਨਿਯੁਕਤ ਕੀਤਾ। ਜਗਨਨਾਥਪੁਰੀ ਵਿਖੇ ਇਲਾਹੀ ਰਚਨਾ ਆਰਤੀ ਦਾ ਉਚਾਰਨ ਕਰਕੇ ਸਮੁੱਚੀ ਲੋਕਾਈ ਨੂੰ ਸੱਚੀ ਆਰਤੀ ਨਾਲ ਜੋੜਿਆ। ਇਸ ਉਪਰੰਤ ਗੁਰੂ ਸਾਹਿਬ ਜੀ ਵਾਪਸ ਪੰਜਾਬ ਆਏ ਤੇ ਕਰਤਾਰਪੁਰ ਨਗਰ ਵਸਾਇਆ, ਜੋ ਕਿ ਇਸ ਵੇਲੇ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿਖੇ ਹੈ। ਕੁਝ ਸਮਾਂ ਕਰਤਾਰਪੁਰ ਸਾਹਿਬ ਟਿਕਾਣਾ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਆਪਣੀ ਦੂਜੀ ਉਦਾਸੀ 1510 ਈਸਵੀ ਤੋਂ 1515 ਈਸਵੀ ਤੱਕ ਕੀਤੀ। ਗੁਰੂ ਜੀ ਦੀ ਇਹ ਉਦਾਸੀ ਦੱਖਣ ਦਿਸ਼ਾ ਵੱਲ ਸੀ। ਇਸ ਦੌਰਾਨ ਆਪ ਜੀ ਨੇ ਆਗਰੇ ਵਿਖੇ ਸੰਗਤ ਨੂੰ ਸੱਚ ਦਾ ਮਾਰਗ ਵਿਖਾਇਆ। ਫਿਰ ਰੋਹੇਲਿਆਂ ਦੀ ਇਨਸਾਨਾਂ ਨੂੰ ਖਰੀਦਣ ਤੇ ਵੇਚਣ ਦੀ ਰਵਾਇਤ ਨੂੰ ਖਤਮ ਕਰਵਾਇਆ। ਇੱਥੋਂ ਅੱਗੇ ਮੱਧ ਪਹਾੜਾਂ ਦੇ ਜੰਗਲਾਂ ਤੋਂ ਹੁੰਦੇ ਹੋਏ ਗੁਰੂ ਜੀ ਨੇ ਮਨੁੱਖਾਂ ਨੂੰ ਖਾਉਣ ਵਾਲੇ ਕੌਡੇ ਰਾਖਸ਼ ਨੂੰ ਤਾਰਿਆ। ਫਿਰ ਸੰਗਲਾਂ ਦੀਪ ਪਹੁੰਚ ਕੇ ਰਾਜਾ ਸ਼ਿਵਨਾਭ ਨੂੰ ਅਕਾਲ ਪੁਰਖ ਦੇ ਮਾਰਗ ਤੇ ਪਾ ਕੇ ਅੱਗੇ ਸਿੱਧਾਂ ਜੋਗੀਆਂ ਨੂੰ ਸੱਚ ਦਾ ਮਾਰਗ ਵਿਖਾ ਕੇ ਆਪ ਜੀ ਵਾਪਸ ਕਰਤਾਰਪੁਰ ਪਰਤ ਆਏ। ਤੀਜੀ ਉਦਾਸੀ ਗੁਰੂ ਸਾਹਿਬ ਜੀ ਨੇ ਉੱਤਰ ਦਿਸ਼ਾ ਵੱਲ ਦੀ ਕੀਤੀ, ਜੋ ਕਿ 1516 ਈਸਵੀ ਤੋਂ 1518 ਈਸਵੀ ਤੱਕ ਦੀ ਸੀ। ਇਸ ਉਦਾਸੀ ਦੌਰਾਨ ਗੁਰੂ ਜੀ ਸਭ ਤੋਂ ਪਹਿਲਾਂ ਕਸ਼ਮੀਰ ਪੁੱਜੇ ਤੇ ਬ੍ਰਹਮਦਾਸ ਦਾ ਧਾਰਮਿਕ ਗ੍ਰੰਥਾਂ ਦੀ ਵਿੱਦਿਆ ਦਾ ਅਭਿਮਾਨ ਤੋੜ ਕੇ ਉਸ ਨੂੰ ਆਤਮ ਮਾਰਗ ਦਾ ਉਪਦੇਸ਼ ਦਿੱਤਾ। ਇੱਥੋਂ ਗੁਰੂ ਜੀ ਸੁਮੇਰ ਪਰਬਤ ਤੇ ਗਏ, ਜਿੱਥੇ ਗੋਰਖਨਾਥ, ਭਰਥਰੀ, ਗੋਪੀਨਾਥ ਅਤੇ ਹੋਰ ਸਿੱਧਾਂ ਨਾਲ ਆਪ ਜੀ ਨੇ ਪਰਮਾਰਥ ਦੀ ਗੋਸ਼ਟੀ ਕੀਤੀ। ਸਿੱਧਾਂ ਦੇ ਮੁਖੀ ਭੰਗਰਨਾਥ ਜੋਗੀ ਨੇ ਆਪਣੀ ਕਰਾਮਾਤਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣਾ ਚੇਲਾ ਬਣਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ, ਪਰ ਗੁਰੂ ਪਾਤਸ਼ਾਹ ਜੀ ਅੱਗੇ ਉਹਦੀ ਇੱਕ ਨਾ ਚੱਲੀ, ਜਿਸ ਸਦਕਾ ਉਹ ਹਾਰ ਕੇ ਗੁਰੂ ਜੀ ਨੂੰ ਉਹਨਾਂ ਦੇ ਗੁਰੂ ਬਾਰੇ ਪੁੱਛਣ ਲੱਗਾ, ਜਿਸ ਤੇ ਗੁਰੂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਕਿ ਮੇਰਾ ਗੁਰੂ ਸ਼ਬਦ ਹੈ ਤੇ ਮੇਰੀ ਸੁਰਤ ਉਸ ਦਾ ਚੇਲਾ ਹੈ। ਸ਼ਬਦ ਗੁਰੂ, ਸੁਰਤ ਤੁਨ ਚੇਲਾ, ਜੋ ਕਿ ਸਿੱਖੀ ਦਾ ਮੁੱਢਲਾ ਉਪਦੇਸ਼ ਹੈ। ਇੱਥੋਂ ਗੁਰੂ ਪਾਤਸ਼ਾਹ ਜੀ ਨੇਪਾਲ, ਚੀਨ, ਜਾਪਾਨ, ਸਿੱਕਿਮ, ਭੂਟਾਨ ਲੋਕਾਈ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਮੁੜ ਕਰਤਾਰਪੁਰ ਸਾਹਿਬ ਪਰਤ ਆਏ। ਚੌਥੀ ਉਦਾਸੀ ਸਮੇਂ ਗੁਰੂ ਸਾਹਿਬ ਜੀ ਪੱਛਮ ਵੱਲ ਮੁਸਲਮਾਨੀ ਅਸਥਾਨਾਂ ਵੱਲ ਗਏ, ਜੋ 1519 ਈਸਵੀ ਤੋਂ 1522 ਈਸਵੀ ਤੱਕ ਦੀ ਸੀ। ਗੁਰੂ ਜੀ ਮੁਲਤਾਨ ਹੁੰਦੇ ਹੋਏ ਮੱਕੇ ਪੁੱਜੇ, ਜਿੱਥੇ ਆਪ ਜੀ ਨੇ ਕਾਜ਼ੀਆਂ ਮੁਲਾਣੀਆਂ ਦੀ ਸ਼ਰਈ ਮਰਿਆਦਾ ਦਾ ਤੇ ਦੂਜੇ ਧਰਮਾਂ ਪ੍ਰਤੀ ਨਫ਼ਰਤ ਦਾ ਭਰਮ ਤੋੜਿਆ ਅਤੇ ਦੱਸਿਆ ਕਿ ਅੱਲਾਹ ਤਾਲਾ ਸਿਰਫ ਮੱਕੇ ਵਿੱਚ ਹੀ ਨਹੀਂ ਸਗੋਂ ਸਰਬ ਵਿਆਪੀ ਹੈ। ਇੱਥੋਂ ਦੇ ਕਾਜ਼ੀਆਂ ਦੇ ਗੁਰੂ ਜੀ ਨੂੰ ਇਹ ਪੁੱਛਣ ਤੇ ਕਿ ਕਿਹੜਾ ਧਰਮ ਉੱਚਾ ਹੈ, ਹਿੰਦੂ ਜਾਂ ਮੁਸਲਮਾਨ, ਇਸ ਤੇ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਸ਼ੁਭ ਅਮਲਾਂ ਤੋਂ ਬਗੈਰ ਦੋਨਾਂ ਨੂੰ ਹੀ ਪ੍ਰਭੂ ਦੀ ਦਰਗਾਹ ਵਿੱਚ ਖੁਆਰ ਹੋਣਾ ਪਵੇਗਾ। ਇੱਥੋਂ ਫਿਰ ਗੁਰੂ ਪਾਤਸ਼ਾਹ ਜੀ ਬਗਦਾਦ ਗਏ ਅਤੇ ਉੱਥੇ ਦੇ ਪੀਰ ਸ਼ਾਹ ਬਹਿਲੋਲ ਨਾਲ ਗੋਸ਼ਟ ਕਰਕੇ ਦੱਸਿਆ
ਕਿ ਇਸ ਬ੍ਰਹਿਮੰਡ ਅੰਦਰ ਲੱਖਾਂ ਹੀ ਆਕਾਸ਼ ਅਤੇ ਪਤਾਲ ਹਨ। ਬਗਦਾਦ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਗ੍ਰੀਸ, ਫਰਾਂਸ, ਰੂਸ, ਅਫਗਾਨਿਸਤਾਨ ਆਦਿ ਦੇਸ਼ਾਂ ਵਿੱਚ ਸੱਚ ਦੇ ਮਾਰਗ ਦਾ ਪ੍ਰਚਾਰ ਕਰਦੇ ਹੋਏ ਦੁਬਾਰਾ ਐਮਨਾਬਾਦ ਭਾਈ ਲਾਲੋ ਜੀ ਪਾਸ ਪੁੱਜੇ, ਜਿੱਥੇ ਗੁਰੂ ਜੀ ਨੇ ਬਾਬਰ ਦੇ ਚੜ੍ਹਾਈ ਕਰਨ ਬਾਰੇ ਦੱਸਿਆ। ਤੇ ਜਦੋਂ ਬਾਬਰ ਨੇ ਚੜ੍ਹਾਈ ਕੀਤੀ ਤਾਂ ਲੋਕਾਈ ਦਾ ਕਸ਼ਟ ਦੂਰ ਕਰਨ ਲਈ ਗੁਰੂ ਸਾਹਿਬ ਜੀ ਉਹਨਾਂ ਦੇ ਨਾਲ ਹੀ ਬਾਬਰ ਦੀ ਜੇਲ੍ਹ ਵਿੱਚ ਕੈਦ ਹੋ ਗਏ। ਜੇਲ੍ਹ ਵਿਖੇ ਅਨਾਜ ਪੀਣ ਵਾਸਤੇ ਸਭ ਨੂੰ ਚੱਕੀਆਂ ਦਿੱਤੀਆਂ ਗਈਆਂ, ਪਰ ਜਦੋਂ ਗੁਰੂ ਸਾਹਿਬ ਜੀ ਨੇ ਬਾਣੀ ਉਚਾਰੀ ਤਾਂ ਅਜਿਹਾ ਕੌਤਕ ਵਰਤਿਆ ਕਿ ਸਾਰੀਆਂ ਚੱਕੀਆਂ ਆਪੇ ਹੀ ਚੱਲ ਪਈਆਂ। ਇਹ ਵੇਖ ਬਾਬਰ ਘਬਰਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਮਾਫੀ ਮੰਗੀ ਤੇ ਗੁਰੂ ਜੀ ਨੇ ਉਸ ਨੂੰ ਫਰਮਾਨ ਕੀਤਾ ਕਿ ਤੂੰ ਸਾਰੇ ਕੈਦੀਆਂ ਨੂੰ ਛੱਡ ਦੇ ਤੇ ਲੁੱਟਿਆ ਹੋਇਆ ਸਮਾਨ ਵੀ ਵਾਪਸ ਕਰ ਦੇ। ਬਾਬਰ ਨੇ ਉਵੇਂ ਹੀ ਕੀਤਾ। ਗੁਰੂ ਪਾਤਸ਼ਾਹ ਜੀ ਨੇ ਬਾਬਰ ਦੀ ਕੈਦ ਵਿੱਚੋਂ ਲਗਭਗ 1100 ਕੈਦੀਆਂ ਨੂੰ ਆਜ਼ਾਦ ਕਰਵਾਇਆ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਵੱਲੀ ਕੰਧਾਰੀ ਦੀ ਹਉਮੈ ਅਤੇ ਮਾਣ ਤੋੜਿਆ। ਇਸ ਅਸਥਾਨ ਤੇ ਅੱਜ ਬਹੁਤ ਸੋਹਣਾ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ। 4 ਵੱਡੀਆਂ ਉਦਾਸੀਆਂ ਸੰਪੂਰਨ ਕਰ ਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਹੀ ਟਿਕ ਗਏ। ਇੱਥੇ ਬਾਬਾ ਬੁੱਢਾ ਜੀ ਅਤੇ ਭਾਈ ਭਗੀਰਥ ਜੀ ਵਰਗੇ ਉੱਘੇ ਸਿੱਖ ਗੁਰੂ ਜੀ ਦੀ ਸੇਵਾ ਵਿੱਚ ਤਤਪਰ ਸਨ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਦੁਨਿਆਵੀ ਜੀਵਨ ਦੇ ਅਖੀਰਲੇ 2 ਦਹਾਕੇ ਨਾਮ ਬਾਣੀ ਤੇ ਖੇਤੀਬਾੜੀ ਦੀ ਕਿਰਤ ਕਰਦੇ ਬਤੀਤ ਕੀਤੇ। ਕਰਤਾਰਪੁਰ ਸਾਹਿਬ ਵਿਖੇ ਦੂਰੋਂ ਨੇੜਿਓਂ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ। ਗੁਰੂ ਜੀ ਉਹਨਾਂ ਨੂੰ ਪਰਮਾਤਮਾ ਦੀ ਭਗਤੀ ਤੇ ਚੰਗੇ ਕਰਮਾਂ ਬਾਰੇ ਉਪਦੇਸ਼ ਕਰਦੇ ਤੇ ਲੰਗਰ ਦੇ ਰੂਪ ਵਿੱਚ ਸਭ ਨਾਲ ਪ੍ਰਸ਼ਾਦਾ ਛਕਦੇ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਸਿੱਖ ਧਰਮ ਦਾ ਪਹਿਲਾ ਮੁੱਖ ਕੇਂਦਰ ਬਣ ਗਿਆ। ਕਰਤਾਰਪੁਰ ਸਾਹਿਬ ਵਿਖੇ ਹੀ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣੇ। ਬੜੀ ਕਠਿਨ ਪ੍ਰੀਖਿਆ ਤੋਂ ਗੁਜ਼ਰਦੇ ਹੋਏ ਭਾਈ ਲਹਿਣਾ ਜੀ ਨੇ ਗੁਰੂ ਜੀ ਦਾ ਹਰ ਬਚਨ ਸਤ ਕਰ ਮੰਨ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਘਰ ਦੀ ਦੂਜੀ ਗੱਦੀ ਤੇ ਬਿਰਾਜਮਾਨ ਕਰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਤੋਂ ਲਗਵਾ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਤੇ 1539 ਈਸਵੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸੱਚਖੰਡ ਵਾਸੀ ਹੋ ਗਏ। ਆਪਣੀ ਸਮੁੱਚੀ ਯਾਤਰਾਵਾਂ ਦੌਰਾਨ ਗੁਰੂ ਨਾਨਕ ਪਾਤਸ਼ਾਹ ਜੀ ਜੋ ਵੀ ਬਾਣੀ ਉਚਾਰਦੇ ਉਹਨੂੰ ਇੱਕ ਪੋਥੀ ਵਿੱਚ ਲਿਖ ਲੈਂਦੇ ਤੇ ਇਹ ਪੋਥੀ ਗੁਰੂ ਸਾਹਿਬ ਜੀ ਹਮੇਸ਼ਾ ਆਪਣੇ ਕੋਲ ਹੀ ਰੱਖਦੇ ਤੇ ਬਾਣੀ ਨੂੰ ਕੀਰਤਨ ਰੂਪ ਦੇ ਕੇ ਗੁਰੂ ਜੀ ਲੋਕਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਕਰਨ ਵੱਲ ਪ੍ਰੇਰਦੇ। ਇਸ ਕੀਰਤਨ ਨੇ ਹੀ ਭਾਈ ਮਰਦਾਨਾ ਜੀ ਨਾਲ ਸਤਿਗੁਰੂ ਜੀ ਦੀ ਸਾਂਝ ਬਣਾਈ ਸੀ, ਜੋ ਆਖਰੀ ਦਮ ਤੱਕ ਤੋੜ ਨਿਭੀ। ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਦਿੱਤੀ ਸੀ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 19 ਰਾਗਾਂ ਵਿੱਚ 974 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੁੱਲ 22 ਵਾਰਾਂ ਵਿੱਚੋਂ 3 ਵਾਰਾਂ ਆਪ ਜੀ ਦੀਆਂ ਹਨ। ਆਪਣੀ ਮਹਾਨ ਦੇਣ ਦੀ ਵੰਡ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੂੰ ਹੀ ਨਿਵਾਜਿਆ। ਗੁਰੂ ਜੀ ਨੇ ਜਿੰਨੀ ਵਿਸ਼ਾਲਤਾ, ਡੂੰਘਾਈ ਅਤੇ ਦਲੇਰੀ ਨਾਲ ਮਨੁੱਖਤਾ ਨੂੰ ਸੱਚ ਤੇ ਧਰਮ ਦਾ ਗਿਆਨ ਕਰਵਾਇਆ ਹੈ, ਉਸ ਤੋਂ ਨਿਰੰਕਾਰ ਨਾਲ ਉਹਨਾਂ ਦੀ ਅਪੇਤਤਾ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ। ਆਪ ਜੀ ਦਾ ਸੰਦੇਸ਼ ਕਿਸੇ ਖਾਸ ਕਿਤੇ ਦੇ ਲੋਕਾਂ ਲਈ ਨਹੀਂ ਹੈ, ਸਗੋਂ ਸਮੁੱਚੀ ਮਨੁੱਖਤਾ ਨੂੰ ਆਪ ਜੀ ਨੇ ਸਾਹਮਣੇ ਰੱਖਿਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਅਕਾਲ ਪੁਰਖ ਤੇ ਜੂਨੀ ਰਹਿਤ ਪਰਮਾਤਮਾ ਦੀ ਹੋਂਦ ਦਾ ਗਿਆਨ ਦਿੱਤਾ। ਵੱਖ-ਵੱਖ ਇਬਾਦਤ ਦੇ ਅਸਥਾਨਾਂ ਨੂੰ ਮਹੱਤਵ ਦੇਣ ਦੀ ਥਾਂ ਗੁਰੂ ਜੀ ਨੇ ਸਾਰੇ ਜਗਤ ਨੂੰ ਹੀ ਪਰਮਾਤਮਾ ਦੀ ਕੋਠੜੀ ਕਿਹਾ ਹੈ। ਰੱਬ ਦੀ ਪ੍ਰਾਪਤੀ ਲਈ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਦਾ ਸਿਧਾਂਤ ਦਿੱਤਾ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਗੁਰੂ ਜੀ ਨੇ ਅਵਤਾਰਵਾਦ ਤੇ ਮੂਰਤੀ ਪੂਜਾ ਦੇ ਕਰਮ ਕਾਂਡਾਂ ਦਾ ਖੰਡਨ ਕਰਦੇ ਹੋਏ ਪਰਮਾਤਮਾ ਨੂੰ ਸਰਬ ਵਿਆਪੀ ਮੰਨਿਆ ਤੇ ਉਸ ਦੀ ਪੂਜਾ ਮਨ ਵਿੱਚ ਹੀ ਹੋ ਸਕਦੀ ਹੈ ਦਾ ਪਾਠ ਪੜਾਇਆ। ਭਾਰਤੀ ਸਮਾਜ ਦੇ ਵਰਣ ਵੰਡ ਨੂੰ ਖਤਮ ਕਰਨ ਦੀ ਸੇਧ ਦਿੰਦੇ ਹੋਏ ਗੁਰੂ ਜੀ ਨੇ ਸਮੁੱਚੀ ਲੋਕਾਈ ਨੂੰ ਇਹ ਦੱਸਿਆ ਕਿ ਸਭਨਾ ਜੀਵਾਂ ਦੀ ਓਟ ਤੇ ਆਸਰਾ ਇੱਕੋ ਇੱਕ ਪਰਮਾਤਮਾ ਹੀ ਹੈ ਤੇ ਸੱਚੀ ਦਰਗਾਹ ਵਿੱਚ ਜੀਵ ਆਪਣੀ ਉੱਚੀ ਨੀਵੀਂ ਜਾਤੀ ਜਾਂ ਨਾਂ ਨਾਲ ਨਹੀਂ, ਸਗੋਂ ਆਪਣੇ ਚੰਗੇ ਮਾੜੇ ਕਰਮਾਂ ਕਰਕੇ ਜਾਣਿਆ ਜਾਂਦਾ ਹੈ। ਇਸ ਬਾਬਤ ਗੁਰੂ ਜੀ ਫਰਮਾਉਂਦੇ ਹਨ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਏਕਾ ਛਾਉ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾ ਪਰ ਜਾਪੈ ਜਾਂ ਪਤ ਲੇਖੈ ਪਾਏ।
ਆਪ ਜੀ ਨੇ ਹੁਕਮ ਰਜਾਈ ਚੱਲਣਾ ਦੁਆਰਾ ਮਨੁੱਖਤਾ ਨੂੰ ਸੱਚੇ ਬਣ ਕੇ ਮੁਕਤੀ ਦਾ ਸਰਲ ਤੇ ਸੌਖਾ ਰਾਹ ਦੱਸਿਆ। ਅੱਜ ਦੇ ਵਿਗਿਆਨਕ ਯੁੱਗ ਵਿੱਚ ਵਿਗਿਆਨੀ ਪ੍ਰਕਿਰਤੀ ਦੇ ਭੇਦ ਜਾਣਨ ਲਈ ਆਪਣੀ ਪੂਰੀ ਵਾਹ ਲਗਾ ਰਹੇ ਹਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਦੀਆਂ ਪਹਿਲਾਂ ਹੀ ਸਮੁੱਚੀ ਲੁਕਾਈ ਨੂੰ ਲੱਖਾਂ ਪਾਤਾਲਾਂ, ਆਕਾਸ਼ਾਂ ਅਤੇ ਬੇਅੰਤ ਸੂਰਜਾਂ, ਚੰਦ, ਮੰਡਲਾਂ ਬਾਰੇ ਜਾਣਕਾਰੀ ਦੇ ਦਿੱਤੀ ਸੀ। ਗੁਰੂ ਜੀ ਨੇ ਸਮਾਜ ਵਿੱਚ ਸਮਝੇ ਜਾਣ ਵਾਲੇ ਅਖੌਤੀ ਨੀਚ ਜਾਤ ਕਿਰਤੀ ਵਰਗ ਦੇ ਲੋਕਾਂ ਨਾਲ ਹਮਦਰਦੀ ਤੇ ਸਾਂਝ ਕਾਇਮ ਕੀਤੀ। ਨੀਚ ਜਾਤੀ ਦੇ ਸਮਝੇ ਜਾਂਦੇ ਭਾਈ ਲਾਲੋ ਜੀ ਦੀ ਕੋਦਰੇ ਦੀ ਰੋਟੀ ਨੂੰ ਉੱਤਮ ਸਮਝਿਆ। ਭਾਈ ਮਰਦਾਨਾ ਜੀ ਨੂੰ ਨੀਚ ਜਾਤੀ ਦਾ ਸਮਝਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਤੇ ਆਪਣਾ ਪੱਕਾ ਸਾਥੀ ਬਣਾ ਕੇ ਉਹਨਾਂ ਨੂੰ ਭਾਈ ਦਾ ਦਰਜਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਜਾਤ ਦੀ ਥਾਂ ਜੋਤ ਨੂੰ ਮਹਾਨਤਾ ਪ੍ਰਦਾਨ ਕਰਦੇ ਹਨ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਇਸਤਰੀ ਨੂੰ ਸਨਮਾਨ ਦਿੰਦੇ ਹੋਏ ਗੁਰੂ ਜੀ ਨੇ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਦਾ ਪਾਠ ਕੰਠ ਕਰਵਾਇਆ। ਗੁਰੂ ਜੀ ਪਰਮਾਤਮਾ ਨੂੰ ਕੁਦਰਤ ਵਿੱਚ ਵਸਿਆ ਵੇਖਦੇ ਹਨ। ਕੁਦਰਤ ਨੂੰ ਵੇਖ ਵੇਖ ਕੇ ਉਹ ਕਾਦਰ ਤੋਂ ਬਲਿਹਾਰ ਜਾਂਦੇ ਹਨ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਜਿੰਨੀ ਉੱਚੀ ਸੁੱਚੀ ਤੇ ਵਿਸ਼ਾਲ ਹੈ, ਮਨੁੱਖ ਅਜੇ ਵੀ ਇਸ ਪੱਧਰ ਤੱਕ ਨਹੀਂ ਪੁੱਜ ਸਕਿਆ ਹੈ। ਅੱਜ ਦਾ ਮਨੁੱਖ ਫੋਕਟ ਕਰਮ ਕਾਂਡਾਂ ਤੋਂ ਅਤੇ ਨਾ ਹੀ ਵੱਖ-ਵੱਖ ਧਰਮਾਂ ਵਾਲੀ ਸੋਚ ਤੋਂ ਉੱਪਰ ਉੱਠ ਸਕਿਆ ਹੈ। ਇਸ ਤੋਂ ਛੁੱਟ ਹਿੰਸਾ, ਨਸ਼ੇ, ਪ੍ਰਕਿਰਤੀ ਦਾ ਪ੍ਰਦੂਸ਼ਣ ਤੇ ਹੋਰ ਬੁਰਾਈਆਂ ਐਸੇ ਸੱਚੇ ਦੀ ਕੋਠੜੀ ਭਾਵ ਧਰਤੀ ਉੱਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਅਪਣਾਉਣ ਦੀ ਸਖਤ ਲੋੜ ਹੈ, ਤਾਂ ਜੋ ਇਸ ਸ੍ਰਿਸ਼ਟੀ ਨੂੰ ਇੱਕ ਅਜਿਹੇ ਪਰਿਵਾਰ ਦਾ ਰੂਪ ਦਿੱਤਾ ਜਾ ਸਕੇ ਜਿੱਥੇ ਅਮਲੀ ਤੌਰ ਤੇ ਪਵਨ ਗੁਰੂ ਹੋਵੇ, ਪਾਣੀ ਪਿਤਾ ਹੋਵੇ ਤੇ ਧਰਤੀ ਮਾਤਾ ਦੀ ਗੋਦ ਵਿੱਚ ਮਨੁੱਖਤਾ ਸੁਖੀ ਵਸਦੀ ਰਹੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲਾ ਸਗਲ ਜਗਤ। ਸਮੁੱਚੀ ਕਾਇਨਾਤ ਦੇ ਵਾਲੀ, ਸਿੱਖ ਧਰਮ ਦੇ ਸੰਸਥਾਪਕ, 10 ਗੁਰੂ ਸਾਹਿਬਾਨਾਂ ਵਿੱਚੋਂ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਾਰਿਆਂ ਨੂੰ ਬੇਅੰਤ ਵਧਾਈਆਂ।